ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਇਹ ਪੂਰੀ ਦੁਨੀਆ ਅੱਜਕੱਲ ਅਸੀਂ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ, ਗਲੋਬਲ ਵਿਲੇਜ। ਵਾਕਈ ਇੱਕ ਵਿਲੇਜ ਬਣ ਚੁੱਕਾ ਹੈ, ਪਰ ਨਾਮ ਵਿਲੇਜ ਹੈ। ਗਲੋਬਲ ਟਾਊਨ ਨਹੀਂ ਕਹਿ ਰਹੇ, ਗਲੋਬਲ ਸਿਟੀ ਵੀ ਨਹੀਂ ਕਹਿ ਰਹੇ, ਵਿਲੇਜ ਕਹਿ ਰਹੇ ਹਾਂ, ਕਿਉਂਕਿ ਵਿਲੇਜ ਦੇ ਜੋ ਸੰਸਕਾਰ ਨੇ, ਜੋ ਵਿਲੇਜ ਦਾ ਜੀਵਨ ਹੈ, ਪਿੰਡਾਂ ਦਾ ਜੀਵਨ ਹੈ, ਉਹੀ ਅਸਲੀ ਜੀਵਨ ਹੈ। ਦੇਖਿਆ ਜਾਵੇ ਤਾਂ ਸਾਰੀ ਸੰਸਕ੍ਰਿਤੀ ਪੁਰਾਤਨ ਪਿੰਡਾਂ ਦੀ ਸੰਸਕ੍ਰਿਤੀ ਹੈ। ਬਾਅਦ ਵਿੱਚ ਹੀ ਅਰਬਨਾਈਜੇਸ਼ਨ ਹੋਈ ਹੈ, ਬਾਅਦ ਵਿੱਚ ਹੀ ਵੱਡੀਆਂ ਵੱਡੀਆਂ ਸਿਟੀਜ਼ ਬਣੀਆਂ ਨੇ। ਪਹਿਲਾਂ ਤਾਂ ਪਿੰਡਾਂ ਤੋਂ ਹੀ ਸ਼ੁਰੂ ਹੁੰਦੇ ਆ ਸਾਰੇ। ਅਤੇ ਪਿੰਡਾਂ 'ਚ ਰਹਿਣ ਵਾਲੇ ਲੋਕ ਸ਼ੁਰੂ ਤੋਂ ਹੀ ਇੱਕ ਛੋਟਾ ਜਿਹਾ ਸੁਪਨਾ ਵੇਖਦੇ ਰਹੇ ਨੇ ਕਿ ਇਸ ਦੁਨੀਆ ਨੂੰ ਇਕੱਠਾ ਕਰ ਲਿਆ ਜਾਵੇ। ਸਿਕੰਦਰ ਤੋਂ ਦੇਖੀਏ, ਉਹਨੇ ਵੀ ਦੁਨੀਆ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਵੀ ਕਈ ਉਦਾਹਰਨਾਂ ਮਿਲਦੀਆਂ ਨੇ। ਸਾਡੇ ਭਾਰਤ ਵਿੱਚ ਦੇਖੀਏ ਤਾਂ ਸਮਰਾਟ ਅਸ਼ੋਕ, ਉਹਨੇ ਭਾਰਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਇਹੀ ਜਿਹੜੀ ਸੋਚ ਹੈ, ਦੁਨੀਆ ਦੀਆਂ ਕਈ ਆਰਗੇਨਾਈਜੇਸ਼ਨਸ ਨੇ ਜੋ ਪੁਰਾਣੀਆਂ ਵੀ ਨੇ, ਨਵੀਆਂ ਵੀ ਬਣਦੀਆਂ ਪਈਆਂ ਨੇ। ਸੋਚ ਇਹੋ ਹੈ ਕਿ ਪੂਰੀ ਦੁਨੀਆ ਨੂੰ ਇਕੱਠਾ ਕਰ ਲਈਏ। ਸੋ ਇਸ ਇਰਾਦੇ ਨਾਲ ਭਾਰਤ ਦੇ ਵਿੱਚ ਵੀ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਉਹ ਲੋਕ ਆਉਂਦੇ ਰਹੇ ਅਤੇ ਬਾਕੀ ਦੇਸ਼ਾਂ ਦੇ ਵਿੱਚ ਹੀ ਉਹ ਲੋਕ ਜਾਂਦੇ ਰਹੇ ਜਿਨ੍ਹਾਂ ਨੇ ਦੁਨੀਆ ਨੂੰ, ਉਹਨਾਂ ਦੇਸ਼ਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਦ ਬੋਟਮ ਲਾਈਨ ਇਜ਼, ਦੋ ਸੈਕਸ਼ਨਸ ਸੁਸਾਇਟੀ ਦੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਇਨਵੇਡਰਸ ਐਂਡ ਟਰੇਡਰਸ। ਮਤਲਬ ਦੁਨੀਆ ਨੂੰ ਇਕੱਠਾ ਕਰਨ ਦਾ ਕੰਮ ਜਾਂ ਤਾਂ ਇਨਵੇਡਰਸ ਨੇ ਕੀਤਾ, ਜਿਵੇਂ ਕਿ ਈਸਟ ਇੰਡੀਆ ਕੰਪਨੀ ਆਈ ਹੈ ਭਾਰਤ ਦੇ ਵਿੱਚ, ਹੋਰ ਮੁਲਕਾਂ ਦੇ ਵਿੱਚ ਵੀ ਗਈ, ਉਹਨੇ ਆਪਣੀਆਂ ਕਲੋਨੀਆਂ ਇਸਤੇਮਾਲ ਕੀਤੀਆਂ, ਕਲੋਨੀਆਂ ਸਥਾਪਿਤ ਕੀਤੀਆਂ, ਬਸਤੀਵਾਦ ਦਾ ਯੁੱਗ। ਅਤੇ ਜਾਂ ਆਏ ਨੇ ਟਰੇਡਰਸ, ਵਪਾਰੀ ਲੋਕ। ਹਾਲਾਂਕਿ ਅੰਗਰੇਜ਼ ਈਸਟ ਇੰਡੀਆ ਕੰਪਨੀ ਵਪਾਰੀ ਬਣ ਕੇ ਆਏ ਸੀ, ਪਰ ਉਹ ਇਨਵੇਡਰਸ ਬਣ ਕੇ ਬਹਿ ਗਏ ਔਰ ਭਾਰਤ ਦੇ ਉੱਤੇ ਰਾਜ ਕਰਦੇ ਰਹੇ। ਇਸ ਤਰ੍ਹਾਂ ਹੀ ਵੱਖ-ਵੱਖ ਮੁਲਕਾਂ ਦੇ ਵਿੱਚ ਕਿਤੇ ਟਰੇਡਰਸ ਆਏ, ਉਹ ਇਨਵੇਡਰਸ ਬਣ ਗਏ, ਕਿਤੇ ਇਨਵੇਡਰਸ ਆਏ, ਉਹ ਟਰੇਡਰਸ ਬਣ ਗਏ। ਯਾਨੀ ਕਿ ਹਮਲਾਵਰ ਆਏ, ਉਹ ਵਪਾਰੀ ਬਣ ਗਏ। ਕਈ ਵਾਰ ਵਪਾਰੀ ਆਏ ਅਤੇ ਉਹ ਹਮਲਾਵਰ ਬਣ ਗਏ। ਤਾਂ ਵਪਾਰੀ ਵਰਗ ਅਤੇ ਹਮਲਾਵਰ ਵਰਗ, ਇਹਨਾਂ ਦੋਵਾਂ ਨੂੰ ਕ੍ਰੈਡਿਟ ਜਾਂਦਾ ਦੁਨੀਆ ਨੂੰ ਇਕੱਠਾ ਕਰਨ ਦਾ। ਅਤੇ ਜਿੱਥੇ ਵੀ ਗਏ ਨੇ ਆਪਣੇ ਨਾਲ ਆਰਟ, ਕਲਚਰ, ਸਾਇੰਸ, ਲਿਟਰੇਚਰ ਉਹ ਵੀ ਲੈ ਕੇ ਗਏ ਨੇ। ਤਾਂ ਵੱਖ-ਵੱਖ ਸੰਸਕ੍ਰਿਤੀਆਂ ਇਕੱਠੀਆਂ ਹੋ ਗਈਆਂ ਅਤੇ ਦੁਨੀਆ ਦੇ ਵਿੱਚ ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਹਰ ਥਾਂ ਦੇ ਉੱਤੇ ਹਰ ਜਗ੍ਹਾ ਦਾ ਬੰਦਾ ਮਿਲਦਾ ਹੈ, ਸੰਸਕ੍ਰਿਤੀ ਮਿਲਦੀ ਹੈ। ਅਤੇ ਜਦੋਂ ਦਾ ਇੰਟਰਨੈਟ ਆਇਆ ਉਦੋਂ ਦਾ ਤਾਂ ਸਭ ਕੁਝ ਹੀ ਬਿਲਕੁਲ ਵੱਖਰਾ ਹੋ ਗਿਆ, ਸਭ ਇਕੱਠਾ ਹੋ ਗਿਆ। ਵਾਕਈ ਗਲੋਬ ਇੱਕ ਵਿਲੇਜ ਬਣ ਗਿਆ। ਸੋ ਵੱਖ-ਵੱਖ ਆਰਗੇਨਾਈਜੇਸ਼ਨਸ ਬਣਦੀਆਂ ਨੇ, ਉਹਨਾਂ ਦਾ ਵੀ ਇਹੀ ਮੰਤਵ ਹੁੰਦਾ ਹੈ, ਇਹੀ ਆਈਡੀਆ ਰਹਿੰਦਾ ਕਿ ਕਿਵੇਂ ਦੁਨੀਆ ਦੇ ਅੰਦਰ ਅਸੀਂ ਟਰੇਡ ਕਰ ਸਕੀਏ, ਬਿਜ਼ਨਸ ਕਰ ਸਕੀਏ, ਕਿਉਂਕਿ ਬੋਟਮ ਲਾਈਨ ਇਜ਼ ਪ੍ਰੋਫਿਟ। ਪ੍ਰੋਫਿਟ ਲੈਣ ਵਾਸਤੇ ਆਰਗੇਨਾਈਜੇਸ਼ਨਸ ਬਣਾਈਆਂ ਜਾਂਦੀਆਂ ਨੇ, ਗਰੁੱਪਸ ਬਣਾਏ ਜਾਂਦੇ ਨੇ, ਵੱਖ-ਵੱਖ ਦੇਸ਼ ਮਿਲ ਕੇ ਆਪਸ ਦੇ ਵਿੱਚ ਯਤਨ ਕਰਦੇ ਨੇ, ਪਰ ਬੇਸ ਰਹੇਗਾ ਪੀਸ, ਸ਼ਾਂਤੀ। ਕਿਉਂਕਿ ਸ਼ਾਂਤੀ ਦੇ ਵਿੱਚ ਹੀ ਉੱਨਤੀ ਹੋ ਸਕਦੀ ਹੈ। ਜਦੋਂ ਤੱਕ ਸ਼ਾਂਤੀ ਨਹੀਂ ਹੈ ਉਦੋਂ ਤੱਕ ਕੋਈ ਬਿਜ਼ਨਸ ਨਹੀਂ ਹੋ ਸਕਦਾ, ਕੁਝ ਨਹੀਂ ਹੋ ਸਕਦਾ। ਕਿਉਂਕਿ ਜੰਗ ਲੱਗੀ ਹੋਈ ਹੈ, ਉੱਥੇ ਬਿਜ਼ਨਸ ਬਾਰੇ ਸੋਚਣਾ ਕਿਵੇਂ ਹੈ, ਆਰਟ ਐਂਡ ਕਲਚਰ ਬਾਰੇ ਸੋਚਣਾ ਕਿਵੇਂ ਹੈ। ਸ਼ਾਂਤੀ ਸਥਾਪਿਤ ਹੋਏਗੀ ਤਾਂ ਹੀ ਪ੍ਰੋਗਰੈਸ ਹੋ ਸਕਦੀ ਹੈ। ਸੋ ਇਹ ਸਾਰੀਆਂ ਨੀਤੀਆਂ ਨੇ, ਇਸ ਨੂੰ ਧਿਆਨ 'ਚ ਰੱਖਦੇ ਹੀ ਜੀਓ ਪੋਲੀਟਿਕਸ ਅੱਜ ਦਾ ਉਸ ਨੂੰ ਇੱਕ ਸਟ੍ਰੈਟੇਜਿਕ ਰੂਪ ਦਿੱਤਾ ਜਾਂਦਾ, ਇੱਕ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ, ਇੱਕ ਪਲਾਨ ਆਊਟ ਕੀਤਾ ਜਾਂਦਾ ਹੈ, ਇੱਕ ਮੈਪ ਤਿਆਰ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਸ਼ਾਂਤੀ ਸਥਾਪਿਤ ਕੀਤੀ ਜਾਵੇ। ਪਰ ਵਿੱਚ ਵਾਰ ਵੀ ਇਸਤੇਮਾਲ ਕਰਦੇ ਨੇ, ਔਰ ਵਾਰ ਨੂੰ ਵੀ ਕਹਿੰਦੇ ਨੇ ਕਿ ਸ਼ਾਂਤੀ ਦੇ ਰੂਪ ਦੇ ਵਿੱਚ ਅਸੀਂ ਇਸਤੇਮਾਲ ਕਰਦੇ ਪਏ ਹਾਂ, ਸ਼ਾਂਤੀ ਸਥਾਪਿਤ ਕਰਨ ਵਾਸਤੇ ਅਸੀਂ ਵਾਰ ਇਸਤੇਮਾਲ ਕਰਦੇ ਪਏ ਹਾਂ। ਪਰ ਸਿਆਣੇ ਕਹਿੰਦੇ ਨੇ ਕਿ ਜੋ ਜੰਗ ਹੈ ਉਹ ਤਾਂ ਆਪ ਹੀ ਇੱਕ ਮਸਲਾ ਹੈ, ਉਹ ਕੀ ਮਸਲਿਆਂ ਦਾ ਹੱਲ ਦੇਗੀ, ਉਹ ਤਾਂ ਮਸਲੇ ਹੱਲ ਕਰ ਨਹੀਂ ਸਕਦੀ। ਇਸ ਕਰਕੇ ਜੰਗ ਤੋਂ ਸ਼ਾਂਤ ਹੋਣਾ ਚਾਹੀਦਾ। ਸ਼ਾਂਤੀ ਦੇ ਵਿੱਚ ਹੀ ਤਰੱਕੀ ਹੈ, ਤਾਂ ਹੀ ਟ੍ਰੇਡਿੰਗ ਹੈ। ਸੋ ਇਹ ਸਾਰਾ ਜੀਓ ਪੋਲੀਟਿਕਸ, ਜੀਓ ਇਕਨੋਮਿਕਸ ਪੀਸ ਦੇ ਉੱਤੇ ਟਿਕਿਆ ਹੋਇਆ ਹੈ। ਜੇ ਪੀਸ ਹੈ ਤਾਂ ਸਭ ਕੁਝ ਸਥਾਪਨਾ ਹੋ ਸਕਦੀ ਹੈ, ਤਾਂ ਹੀ ਇਕੱਠੇ ਰਹਿ ਸਕਦੇ ਹਾਂ, ਨਹੀਂ ਤਾਂ ਆਪਸ ਦੇ ਵਿੱਚ ਜੰਗਾਂ ਹੁੰਦੀਆਂ ਰਹਿਣਗੀਆਂ। ਸੋ ਇਨਵੇਡਰਸ ਐਂਡ ਟਰੇਡਰਸ ਦੇ ਰੋਲ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ NRI ਵਰਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਮਿਸਿਜ਼ ਆਸ਼ਿਮਾ ਸਾਹਨੀ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਦ ਸ਼ੋ ਮੈਡਮ ਸਾਹਨੀ ਜੀ। ਮੈਂ ਸਟਾਰਟ ਕੀਤਾ ਹੈ ਕਿ ਟਰੇਡਰਸ ਐਂਡ ਇਨਵੇਡਰਸ, ਐਮ ਆਈ ਰਾਈਟ ਕਿ ਇਹ ਦੋ ਕਲਾਸਿਸ ਹੀ ਨੇ ਜਿਹੜੀਆਂ ਦੁਨੀਆ ਨੂੰ ਇਕੱਠਾ ਕਰਦੀਆਂ ਨੇ। ਜੇ ਅੰਗਰੇਜ਼ ਨਾ ਆਏ ਹੁੰਦੇ ਤਾਂ ਅੰਗਰੇਜ਼ੀ ਜ਼ੁਬਾਨ ਨਾ ਸਾਨੂੰ ਮਿਲੀ ਹੁੰਦੀ, ਔਰ ਜੋ ਪੂਰੀ ਦੁਨੀਆ ਦੇ ਵਿੱਚ ਇੱਕ ਲਿੰਕ ਲੈਂਗੁਏਜ ਦਾ ਕੰਮ ਕਰਦੀ ਹੈ, ਇੱਥੋਂ ਤੱਕ ਕਿ ਇੰਡੀਆ ਵਿੱਚ ਵੀ ਲਿੰਕ ਲੈਂਗੁਏਜ ਦਾ ਕੰਮ ਕਰਦੀ ਹੈ। ਐਮ ਆਈ ਰਾਈਟ ਮੈਮ? ਐਬਸੋਲੂਟਲੀ ਰਾਈਟ, ਬਿਲਕੁਲ ਸਹੀ ਫਰਮਾ ਰਹੇ ਹੋ। तो फिर ट्रेडर्स एंड इन्वेडर्स बारे जरा दसो, ये जियो पॉलिटिक्स ते जियो इकनॉमिक्स दे पॉइंट ऑफ व्यू तो किन्ने की इंपॉर्टेंट ने दोनों क्लासेस? यस, ट्रेडर्स ते इन्वेडर्स दोनों ही बहुत जरूरी है, ਜ਼ਰੂਰੀ ਰਹੇ ਨੇ, ਔਰ ਇਹਨਾਂ ਨੇ ਆਉਣ ਵਾਲੇ ਟਾਈਮ 'ਚ ਵੀ ਇਹਨਾਂ ਨੇ ਇਦਾਂ ਹੀ ਜ਼ਰੂਰੀ ਬਣੇ ਰਹਿਣਾ ਹੈ ਜੀ। ਜੇ ਅਸੀਂ ਇਹਨਾਂ ਦੀ ਗੱਲ ਹੋਰ ਵੀ ਜੇ ਅਸੀਂ ਖੁੱਲ ਕੇ ਕਰੀਏ ਤੇ 15 ਤੇ 16 ਸਤੰਬਰ ਨੂੰ
ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਇੱਕ ਸਮਿਟ ਹੋਇਆ, ਸਮਿਟ ਸੰਮੇਲਨ ਹੋਇਆ, ਔਰ ਲਗਭਗ ਜਿੰਨੇ ਵੀ ਟੀਵੀ ਚੈਨਲਸ ਨੇ ਆਲ ਓਵਰ ਵਰਲਡ ਕਹਿ ਲਓ, ਇੰਡੀਆ 'ਚ ਕਹਿ ਲਓ, ਜਿੱਥੇ ਮਰਜ਼ੀ ਕਹਿ ਲਓ, ਬੜੀ ਜ਼ਿਆਦਾ ਇੱਥੇ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਇਹ ਸਮਿਟ ਜਿਹੜਾ ਹੈ। ਉਹਦੇ ਬਹੁਤ ਸਾਰੇ ਰੀਜ਼ਨ ਹੈ, ਉਹਨਾਂ 'ਚੋਂ ਇੱਕ ਰੀਜ਼ਨ ਤੇ ਤੁਹਾਡਾ ਜਿਹੜਾ ਟ੍ਰੇਡਿੰਗ ਦੀ ਤੁਸੀਂ ਗੱਲ ਕੀਤੀ ਹੈ, ਟ੍ਰੇਡਰਸ ਐਂਡ ਇਨਵੇਡਰਸ। ਇਸ ਬੜੀ ਇੰਟਰਸਟਿੰਗ ਗੱਲ ਹੈ ਕਿ ਇਸ ਸਮਿਟ ਵਿੱਚ ਜਿਹੜੇ ਲੋਕ ਇਕੱਠੇ ਹੋਏ ਨੇ ਜਾਂ ਜਿਨ੍ਹਾਂ ਦੇਸ਼ਾਂ ਨੇ ਮੁਲਾਕਾਤ ਕੀਤੀ ਆਪਸ 'ਚ, ਉਹਦੇ 'ਚ ਸਭ ਤੋਂ ਵੱਡੇ ਦੁਨੀਆ ਦੇ ਟ੍ਰੇਡਰਸ ਵੀ ਬੈਠੇ ਹੋਏ ਨੇ ਤੇ ਸਭ ਤੋਂ ਵੱਡੇ ਇਨਵੇਡਰਸ ਵੀ ਬੈਠੇ ਹੋਏ ਨੇ ਜੀ। ਸੋ ਇਹ ਜਿਹੜੇ ਮੈਂਬਰਸ ਨੇ, ਜਿਸ ਤਰ੍ਹਾਂ ਆਪਣੇ ਕੋਲ ਲਿਸਟ ਰਹਿੰਦੀ ਹੈ ਕਿ 8 ਮੈਂਬਰਸ ਨੇ। 15 ਜੂਨ 2001 ਵਿੱਚ ਐਸਟੈਬਲਿਸ਼ ਹੁੰਦੀ ਹੈ ਇਹ ਆਰਗੇਨਾਈਜੇਸ਼ਨ, ਸ਼ੰਘਾਈ ਕੋਆਪਰੇਸ਼ਨ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਸੋ ਇਹਦੇ ਵਿੱਚ 8 ਮੈਂਬਰਸ ਨੇ, ਚਾਈਨਾ, ਇੰਡੀਆ, ਕਜ਼ਾਕਿਸਤਾਨ, ਕਿਰਗਿਸਤਾਨ, ਰਸ਼ੀਆ, ਪਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ। ਸੋ ਇਸ ਤੋਂ ਇਲਾਵਾ ਕਈ ਡਾਇਲੋਗ ਮੈਂਬਰਸ ਨੇ, ਕੁਝ ਨਵੇਂ ਵੀ ਸਿਲਸਿਲੇ ਸ਼ੁਰੂ ਹੋ ਰਹੇ ਨੇ, ਕੁਝ ਲੋਕ ਹੋਰ ਮੈਂਬਰਸ਼ਿਪ ਲੈਣਾ ਚਾਹੁੰਦੇ ਨੇ। ਸੋ ਇਹ ਕਿਸ ਸੋਚ ਦੇ ਨਾਲ ਇਹ ਆਰਗੇਨਾਈਜੇਸ਼ਨ ਬਣੀ ਹੈ ਔਰ ਇਹਦਾ ਇੱਕ ਆਮ ਇਨਸਾਨ ਨੂੰ, ਆਮ ਲੋਕਾਂ ਨੂੰ ਕੀ ਫਾਇਦਾ ਨੁਕਸਾਨ ਹੈ? ਕਿਉਂਕਿ ਆਮ ਲੋਕ ਇਹੀ ਸੋਚਦੇ ਨੇ ਇਹ ਵੱਡੀਆਂ ਵੱਡੀਆਂ ਗੱਲਾਂ ਨੇ, ਉੱਪਰ ਦੇ ਲੋਕਾਂ ਦੀਆਂ ਗੱਲਾਂ ਨੇ, ਆਪਸ 'ਚ ਮੀਟਿੰਗਸ ਕਰਦੇ ਰਹਿੰਦੇ ਨੇ, ਆਰਗੇਨਾਈਜੇਸ਼ਨ ਬਣਾਉਂਦੇ ਰਹਿੰਦੇ ਨੇ, ਸਾਨੇ ਕੀ ਲੈਣਾ ਦੇਣਾ, ਸਾਡਾ ਮਸਲਾ ਤੇ ਰੋਜ਼ੀ ਰੋਟੀ ਦਾ, ਦਾਲ ਰੋਟੀ ਦਾ। ਸੋ ਆਮ ਲੋਕਾਂ ਨੇ ਕੀ ਲੈਣਾ ਦੇਣਾ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਤੋਂ? ਪਹਿਲੇ ਤੇ ਮੈਂ ਐਕਸਪਲੇਨ ਕਰਨਾ ਚਾਹੂੰਗੀ ਕਿ ਸ਼ੰਘਾਈ ਜਿਹੜੀ SCO ਹੈ ਇਹ ਹੈ ਕੀ ਚੀਜ਼ ਹੈ। ਬਿਲਕੁਲ। ਫਿਰ ਬਾਅਦ 'ਚ ਮੈਂ ਤੁਹਾਡਾ ਜਵਾਬ ਦਊਂਗੀ ਕਿ ਇੱਕ ਆਮ ਜ਼ਿੰਦਗੀ ਨਾਲ ਇਹ ਕਿੱਦਾਂ ਜੁੜਿਆ ਹੋਇਆ ਹੈ। ਹਾਂਜੀ। ਸਭ ਤੋਂ ਪਹਿਲੀ ਗੱਲ ਹੈ ਕਿ ਅੱਜ ਦੀ ਦੁਨੀਆ 'ਚ ਮਤਲਬ ਜਦੋਂ ਅਸੀਂ 1950 ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ, ਜਿੰਨੀ ਵੀ ਦੁਨੀਆ ਹੈ ਉਹਨਾਂ ਨੂੰ ਇੱਕ ਪਲੇਟਫਾਰਮ ਚਾਹੀਦਾ ਹੈ ਆਪਣੇ ਖਿੱਤੇ ਵਾਸਤੇ, ਆਪਣੇ ਖੇਤਰ ਵਾਸਤੇ, ਆਪਣੇ ਰੀਜਨ ਵਾਸਤੇ ਇਕਨੋਮਿਕਲੀ ਡਿਵੈਲਪ ਕਰਨ ਲਈ। ਕਿਉਂਕਿ ਅਸੀਂ ਇਕਨੋਮਿਕਲੀ ਡਿਵੈਲਪ ਹੋਵਾਂਗੇ ਤੇ ਬਾਕੀ ਡਿਵੈਲਪਮੈਂਟ ਆਪਣੇ ਆਪ ਹੋ ਜਾਂਦੀਆਂ ਨੇ ਜੀ। ਠੀਕ। ਇਹਦੀ ਜਿਹੜੀ ਸ਼ੁਰੂਆਤ ਹੈ ਸਭ ਤੋਂ ਪਹਿਲੇ ਵੈਸਟਰਨ ਵਰਲਡ ਨੇ ਕੀਤੀ। ਠੀਕ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਮਤਲਬ ਫਾਰਮਲੀ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਉਹ ਸਾਰੀਆਂ ਅਮਰੀਕਾ ਦੀ ਜੇਬ 'ਚ ਹੈ। ਤੁਸੀਂ IMF ਲੈ ਲਓ, ਤੁਸੀਂ UNO ਲੈ ਲਓ, ਤੁਸੀਂ ਹੋਰ ਕੁਝ ਲੈ ਲਓ। ਠੀਕ ਹੈ। ਹੁਣ ਚਾਈਨਾ ਵੀ ਜਿਹੜਾ ਉਹ ਗਰੋ ਕਰ ਰਿਹਾ ਤੇ ਚਾਈਨਾ ਇਹ ਐਕਚੁਅਲੀ ਚਾਈਨਾ ਸੈਂਟਰਿਕ ਆਰਗੇਨਾਈਜੇਸ਼ਨ ਹੈ। ਚਾਈਨਾ ਨੇ ਇਹਨੂੰ ਬਣਾਇਆ 2001 'ਚ ਜੀ। ਚਾਈਨਾ ਜਦੋਂ ਆਪਣੀ ਪਾਵਰ ਡਿਸਪਲੇ ਕਰਨੀ ਹੁੰਦੀ ਹੈ ਜਾਂ ਬੈਲੈਂਸ ਆਫ ਪਾਵਰ ਕਰਨਾ ਹੁੰਦਾ ਹੈ ਜਾਂ ਦੁਨੀਆ ਨੂੰ ਦਿਖਾਣਾ ਹੁੰਦਾ ਕਿ ਮੈਂ ਵੀ ਕੁਛ ਹਾਂ, ਤੇ ਉਹ ਸੈਂਟਰਲ ਏਸ਼ੀਆ ਵੱਲ ਤੁਰ ਪੈਂਦਾ ਹੈ। ਇਹ ਜਿੰਨੇ ਵੀ ਮੁਲਕਾਂ ਦਾ ਤੁਸੀਂ ਨਾਮ ਲਿਆ ਹੈ ਇਹ ਸਾਰੇ ਸੈਂਟਰਲ ਏਸ਼ੀਅਨ ਰੀਜਨ ਦੇ ਮੁਲਕ ਨੇ। ਠੀਕ ਹੈ। ਹੁਣ ਤੁਹਾਡਾ ਮੈਂ ਜਵਾਬ ਦਊਂਗੀ ਕਿ ਇਹ ਆਮ ਆਦਮੀ ਦੀ ਜ਼ਿੰਦਗੀ ਨਾਲ ਕਿਵੇਂ ਸੰਬੰਧਿਤ ਹੈ ਜੀ। ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ ਇਹਦਾ ਵੀ ਇੱਕੋ ਹੀ ਇਹਦਾ ਮੁੱਦਾ ਹੈ। ਨੰਬਰ 1 ਇਕਨੋਮਿਕ ਡਿਵੈਲਪਮੈਂਟ, ਨੰਬਰ 2 ਅਸੀਂ ਟੈਰਰਿਜ਼ਮ ਨੂੰ ਕੰਟੇਨ ਕਰਨਾ। ਠੀਕ ਹੈ। ਹੋਰ ਵੀ ਬਹੁਤ ਸਾਰੇ ਮੁੱਦੇ ਨੇ ਲੇਕਿਨ ਮੋٹے ਮੁੱਦੇ ਅਸੀਂ ਲੈ ਕੇ ਚੱਲਦੇ ਕਿ ਇਕਨੋਮਿਕ ਡਿਵੈਲਪਮੈਂਟ। ਠੀਕ ਹੈ ਜੀ। ਹੁਣ ਇਕਨੋਮਿਕ ਡਿਵੈਲਪਮੈਂਟ ਕਿੱਦਾਂ ਹੋਏਗੀ? ਇਕਨੋਮਿਕ ਡਿਵੈਲਪਮੈਂਟ ਹੋਏਗੀ ਜਿਹੜੇ ਇਸ ਏਰੀਆ ਦੇ ਜਿਹੜੇ ਅਸੀਂ ਪੜੋਸੀ ਜਾਂ ਆਸ-ਪਾਸ ਦੇ ਸੈਂਟਰਲ ਏਸ਼ੀਆ ਦੇ ਜਿਹੜੇ ਆ, ਜਦੋਂ ਅਸੀਂ ਆਪਣੇ ਬਿਜ਼ਨਸ ਨੂੰ ਐਕਸਪਲੋਰ ਕਰੀਏ ਬਾਏ ਪ੍ਰੋਵਾਈਡਿੰਗ ਫ੍ਰੀ ਐਕਸੈਸਸ, ਫ੍ਰੀ ਪੈਕੇजेस। ਠੀਕ ਹੈ। ਔਰ ਉਹਦੇ ਨਾਲ ਕੀ ਹੋਏਗਾ, ਮਤਲਬ ਇੱਥੇ ਮੈਂ ਇੱਕ ਆਮ ਭਾਸ਼ਾ 'ਚ ਇਹ ਕਹਿਣਾ ਚਾਹੂੰਗੀ ਕਿ ਜਦੋਂ ਸਾਡਾ ਸਮਾਨ ਆਰਾਮ ਨਾਲ ਮਤਲਬ ਉੱਥੇ ਤੱਕ ਪਹੁੰਚ ਜਾਵੇ, ਉਹਨਾਂ ਦਾ ਇੱਥੇ ਤੱਕ ਪਹੁੰਚ ਜਾਵੇ। ਕਿਉਂਕਿ ਸਮਾਨ ਪਹੁੰਚਣਾ ਹੈ ਉਹ ਸਮੁੰਦਰ ਦੇ ਰਸਤੇ ਪਹੁੰਚਣਾ ਹੈ। ਉਹਦੇ ਲਈ ਸਾਨੂੰ ਵੀ ਨੀਡ ਪੋਰਟ, ਉਹਦੇ ਲਈ ਸਾਨੂੰ ਚਾਹੀਦਾ ਹੈ। ਤੇ ਇਹਦੇ ਵਿੱਚ ਅਸੀਂ ਜੇ ਇਕਨੋਮਿਕ ਡਿਵੈਲਪਮੈਂਟ ਕਰਨੀ ਹੈ ਤੇ ਇਹਦੇ ਵਿੱਚ ਸਾਨੂੰ ਜਿਹੜਾ ਯੂਰੇਸ਼ੀਆ ਦੀ ਕਨੈਕਟੀਵਿਟੀ ਹੈ, ਠੀਕ ਹੈ, ਉਹਦੇ ਤੇ ਫੋਕਸ ਹੈ ਨੰਬਰ 1। ਜੇ ਯੂਰੇਸ਼ੀਆ ਦੀ ਕਨੈਕਟੀਵਿਟੀ ਮਿਲ ਗਈ ਜਾਂ ਅਗਰ ਇੰਡੀਆ ਨੂੰ ਸਪੋਜ਼ ਅਗਰ ਮੈਂ ਮਤਲਬ ਇੰਡੀਅਨ ਨਾਗਰਿਕ ਦੀ ਗੱਲ ਕਰਦੀ ਹਾਂ, ਜੇ ਸਾਨੂੰ ਉੱਥੇ ਬਹੁਤ ਜ਼ਿਆਦਾ ਸਕਸੈਸ ਮਿਲ ਜਾਂਦਾ ਹੈ, ਠੀਕ ਹੈ, ਤੇ ਅਸੀਂ ਉੱਥੇ ਈਰਾਨ ਦਾ ਇੱਕ ਪੋਰਟ ਬਣ ਰਿਹਾ ਜਿਹਨੂੰ ਅਸੀਂ ਸ਼ਾਹਬਾਰ ਪੋਰਟ ਕਹਿੰਦੇ ਹਾਂ। ਉਹ ਜਿਹੜੇ ਸ਼ਾਹਬਾਰ ਪੋਰਟ ਹੈ ਉਹਨੇ ਸਾਨੂੰ ਕਨੈਕਟ ਕਰਨਾ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ। ਅਫਗਾਨਿਸਤਾਨ ਦੇ ਬਾਰਡਰ ਥਰੂ ਅਸੀਂ ਜਾ ਸਕਦੇ ਸੈਂਟਰਲ ਏਸ਼ੀਆ ਜੀ। ਲੈ ਦੇ ਕੇ ਕਹਾਣੀ ਸਾਰੀ ਬਿਜ਼ਨਸ ਦੀ ਹੈ, ਸੜਕ ਦੀ ਹੈ, ਰੂਟ ਦੀ ਹੈ ਕਿ ਕਿਸ ਰੂਟ ਤੋਂ ਅਸੀਂ ਆਪਣੇ ਕਲਾਇੰਟਸ ਤੱਕ ਕਿੱਦਾਂ ਪਹੁੰਚਣਾ। ਇਹ ਸਾਰੀ ਸਟੋਰੀ ਇਰਦ ਗਿਰਦ ਘੁੰਮ ਰਹੀ ਹੈ। ਕਿਸੇ ਵਕਤ ਚਾਈਨਾ ਨੇ ਡਰੈਗਨ ਨੇ ਆਪਣਾ ਇੱਕ ਰੂਟ ਬਣਾਇਆ ਹੋਇਆ ਸੀ, ਸਿਲਕ ਰੂਟ, ਔਰ ਪਿੱਛੇ ਜੇ ਕਾफ़ੀ ਡਿਸਕਸ਼ਨਸ ਵੀ ਹੋਈਆਂ ਕਿ ਕਿਉਂਕਿ ਚਾਈਨਾ ਦੀ ਹਿਸਟਰੀ ਬਹੁਤ ਰਿਚ ਹੈ, ਬਹੁਤ ਜ਼ਿਆਦਾ ਕੰਸਰਨ ਨੇ ਆਪਣੀ ਹਿਸਟਰੀ ਨਾਲ, ਆਪਣੇ ਫੋਰ ਫਾਦਰਸ ਨੇ ਜੋ ਕੀਤਾ ਹੈ ਉਹਦੇ ਨਾਲ, ਉਹਨਾਂ ਦੇ ਕੰਮਾਂ ਦੇ ਨਾਲ, ਉਹਨਾਂ ਦੀਆਂ ਖੋਜਾਂ ਦੇ ਨਾਲ।
ਤਾਂ ਕਿਤੇ ਨਾ ਕਿਤੇ ਡਿਸਕਸ਼ਨ 'ਚ ਆਇਆ ਸੀਗਾ ਕਿ ਇੱਕ ਪੁਰਾਣਾ ਇੱਕ ਮੈਪ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਰੂਟ ਲੱਭ ਲਿਆ ਹੈ ਕਿ ਪੂਰੀ ਦੁਨੀਆ ਦੇ ਉੱਤੇ ਕਿੱਦਾਂ ਕਾਬੂ ਕੀਤਾ ਜਾਵੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਨੇ ਵੀ ਇਹ ਕੰਮ ਕੀਤਾ ਸੀ। ਦ ਗ੍ਰੇਟ ਵਾਲ ਆਫ ਚਾਈਨਾ ਉਹਦੀ ਹੀ ਬਾਇਓ ਪ੍ਰੋਡਕਟ ਹੈ ਜੋ ਉਹਨਾਂ ਦੀ ਸਾਰੀ ਪਲਾਨਸ ਰਹੀਆਂ ਨੇ। ਸੋ ਇਸ ਵਕਤ ਡਰੈਗਨ ਦੇ ਹੱਥ ਵਿੱਚ ਉਹ ਨਕਸ਼ਾ ਆ ਚੁੱਕਾ ਹੈ ਔਰ ਉਸ ਦੇ ਤਹਿਤ ਹੀ ਉਹ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਇਨਵੈਸਟਮੈਂਟਸ ਕਰਦਾ ਹੈ ਜਾਂ ਪਾਕਿਸਤਾਨ ਦੇ ਵਿੱਚ ਕਰਦਾ ਜਾਂ ਹੋਰ ਵੀ ਕਈ ਮੁਲਕਾਂ ਦੇ ਵਿੱਚ ਜੋ ਇਨਫਰਾਸਟ੍ਰਕਚਰ ਬਣਾਉਣ ਦੇ ਵਿੱਚ ਉਹ ਹਮੇਸ਼ਾ ਇੰਟਰਸਟ ਲੈਂਦਾ, ਕਿਉਂਕਿ ਸਿਲਕ ਰੋਡ ਵੀ ਇਨਫਰਾਸਟ੍ਰਕਚਰ ਹੈ ਦੈਟ ਇਜ਼ ਰਿਲੇਟਡ ਟੂ ਟ੍ਰੇਡ। ਸੋ ਹੁਣ ਉਹ ਉਸੇ ਤਰ੍ਹਾਂ ਹੀ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟਸ ਕਰਦਾ ਜਿਸ ਵੀ ਕੰਟਰੀ ਦੇ ਵਿੱਚ ਆਉਂਦਾ ਹੈ, ਮਾਰਕੀਟ ਲੱਭਦਾ ਹੈ, ਉਸ ਮਾਰਕੀਟ ਦੇ ਵਿੱਚ ਉਹ ਆਪਣੀਆਂ ਪ੍ਰੋਡਕਟਸ ਨੂੰ ਜੋ ਕਿ ਘੱਟ ਰੇਟ 'ਤੇ ਉਹ ਬਣਾਉਣ ਵਿੱਚ ਕਾਮਯਾਬ ਹੁੰਦਾ ਕਿਉਂਕਿ ਲੇਬਰ ਸਸਤੀ ਹੈ, ਤਾਂ ਇਸ ਚੀਜ਼ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦਾ। ਸੋ ਆਪਾਂ ਇੱਕ ਕੰਟੈਕਸਟ ਲੈਂਦੇ ਹਾਂ। ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਪਹਿਲਾਂ ਤੁਸੀਂ ਕਿਹਾ ਕਿ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਅਮਰੀਕਾ ਦੀ ਜੇਬ ਦੇ ਵਿੱਚ ਨੇ, UNO ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਯੂਨੀਸੈਫ ਦੀ ਗੱਲ ਕੀਤੀ ਹੈ, ਉਸ ਤੋਂ ਇਲਾਵਾ ਵਰਲਡ ਬੈਂਕ, IMF, ਐਵਰੀਥਿੰਗ ਜੋ ਹੈ ਇਹ ਵਾਕਈ ਕਿਆ ਅਮਰੀਕਾ ਦੀ ਜੇਬ 'ਚ ਹੈ ਤੇ ਅਕੋਰਡਿੰਗ ਟੂ ਟਰਮਸ ਐਂਡ ਕੰਡੀਸ਼ਨਸ ਜੋ ਅਮਰੀਕਾ ਦੀਆਂ ਨੇ ਉਹਦੇ ਮੁਤਾबिक ਇਹ ਸਭ ਕੰਮ ਕਰਦੇ ਨੇ? देखो जी, ठीक है, चाइना को पैसा हैगा, मान लिया चाइना को पैसा है जी, लेकिन सारी दुनिया ਨੂੰ ਜੋ ਚਲਾ ਰਿਹਾ ਇਹਦੇ ਚ ਕੋਈ ਡਾਊਟ ਨਹੀਂ ਹੈ। ਇਟ ਇਜ਼ ਬੀਇੰਗ ਡਨ ਬਾय ਅਮਰੀਕਨਸ। ਇਹ ਸਾਰੇ ਜੋ ਵੀ ਸਿਸਟਮ ਬਣਿਆ ਹੋਇਆ ਅਮਰੀਕਾ ਦਾ ਬਣਾਇਆ ਹੋਇਆ, ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈ ਇਹ ਸਭ ਅਮਰੀਕਨਸ ਨੇ ਬਣਾਇਆ ਹੋਇਆ ਆਪਣੇ ਟਰਮਸ ਐਂਡ ਕੰਡੀਸ਼ਨਸ ਤੇ ਬਿਲਕੁਲ 100%। ਫਿਰ ਗਲੋਬਲਾਈਜੇਸ਼ਨ ਨੂੰ ਅਮਰੀਕਨਾਈਜੇਸ਼ਨ ਕਹਿ ਸਕਦੇ ਹਾਂ? ਬਿਲਕੁਲ ਜੀ, ਹੈ ਹੀ ਹੈ ਜੀ। ਓਕੇ, ਤਾਂ ਜਿਹੜਾ ਇਹ ਸਾਰਾ ਆਪਾਂ ਕਲਚਰ ਵੀ ਦੇਖਦੇ ਹਾਂ ਇੰਟਰਨੈਟ ਦੇ ਜ਼ਰੀਏ ਆਪਣੇ ਕੋਲ ਪਹੁੰਚਦਾ ਹੈ, ਫੋਰਨ ਚੈਨਲਸ ਦੇ ਜ਼ਰੀਏ ਆਪਣੇ ਕੋਲ ਪਹੁੰਚਦਾ ਹੈ ਔਰ ਉਹਦਾ ਬਹੁਤ ਜ਼ਬਰਦਸਤ ਇੰਪੈਕਟ ਵੀ ਸਾਡੇ ਮਾਈਂਡਸ ਦੇ ਉੱਤੇ ਹੈਗਾ, ਖਾਸ ਕਰਕੇ ਯੰਗ ਜਨਰੇਸ਼ਨ ਦੇ ਉੱਤੇ ਜੋ ਹਜੇ ਕੱਚੇ ਮਾਈਂਡ ਨੇ, ਉਹ ਇਸੇ ਚੀਜ਼ ਨੂੰ ਸਭ ਕੁਝ ਸਮਝ ਕੇ ਇਹਦੇ ਮੁਤਾबिक ਹੀ ਚੱਲਦੇ ਨੇ ਔਰ ਆਪਣੇ ਜਿਹੜੇ ਭਾਰਤ ਦੇ ਜਾਂ ਬਾਕੀ ਮੁਲਕਾਂ ਦੇ ਜਿਹੜੇ ਬਜ਼ੁਰਗਾਂ ਦੇ ਸੰਸਕਾਰ ਨੇ ਉਹਨਾਂ ਤੋਂ ਟੁੱਟ ਕੇ ਇੱਕ ਇਹ ਮਾਰਕੀਟ ਦਾ ਜੋ ਸਾਰਾ ਸਿਸਟਮ ਬਣਿਆ, ਮਾਰਕੀਟ ਦਾ ਜੋ ਕਲਚਰ ਹੈ ਜਿਹਨੂੰ ਮਾਰਕੀਟ ਦੇ ਡਿਜ਼ਾਈਨਰਸ ਬੈਠ ਕੇ ਡਿਜ਼ਾਈਨ ਕਰਦੇ ਨੇ ਕਲਚਰ ਨੂੰ, ਕਿਸੇ ਵੀ ਮੁਲਕ ਦਾ ਕਲਚਰ ਨਹੀਂ ਹੈ, ਇਹ ਸਿਰਫ ਆਪਣੀਆਂ ਪ੍ਰੋਡਕਟਸ ਦੀ ਸੇਲਸ ਵਾਸਤੇ, ਬਿਜ਼ਨਸ ਜਿੱਦਾਂ ਆਪਾਂ ਕਹਿੰਦੇ ਹਾਂ ਬਾਟਮ ਲਾਈਨ ਇਜ਼ ਬਿਜ਼ਨਸ ਦੀ ਸੇਲ ਵਾਸਤੇ ਇੱਕ ਕਲਚਰ ਬਣਾਇਆ ਜਾਂਦਾ ਹੈ। ਇਹ ਸਭ ਕੁਝ ਉਹੀ ਹੈ। ਬਿਲਕੁਲ ਜੀ, ਬਿਲਕੁਲ, ਕਿਉਂਕਿ ਤੁਸੀਂ ਦੇਖੋ ਨਾ ਜਿੰਨਾ ਵੀ ਫਾਸਟ ਫੂਡ ਦਾ, ਜਿਵੇਂ ਛੋਟਾ ਜਿਹਾ ਉਦਾਹਰਨ ਲੈਂਦੀ ਹਾਂ, ਸਾਡੀ ਜਿਹੜੀ ਸੱਭਿਅਤਾ ਹੈ, ਜਿਹੜੀ ਸਾਡੀ ਸੰਸਕ੍ਰਿਤੀ ਹੈ, ਸਾਡੇ ਕੋਲ ਫਾਸਟ ਫੂਡ ਜਾਂ ਖਾਸ ਕਰ ਪੈਕਡ ਫੂਡ ਤੇ ਮੈਂ ਜੇ ਆ ਜਾਵਾਂ ਤੇ ਸਾਡੇ ਤਾਂ ਤਾਜ਼ਾ ਨਾਲੋਂ ਨਾਲ ਆਟਾ ਗੁੰਨਦੇ ਸੀਗੇ, ਨਾਲੋਂ ਨਾਲ ਖਾਣਾ ਬਣਾਉਂਦੇ ਸੀਗੇ, ਠੀਕ ਹੈ। ਹੁਣ ਤੁਸੀਂ ਦੇਖੋ, ਅੱਜ ਤੁਸੀਂ ਜਿਹੜੀ ਮਰਜ਼ੀ ਇੰਡੀਅਨ ਰਸੋਈ 'ਚ ਚਲੇ ਜਾਓ, ਚਾਈਨੀਜ਼ ਰਸੋਈ 'ਚ ਚਲੇ ਜਾਓ, ਤੁਸੀਂ ਇਟਾਲੀਅਨ ਰਸੋਈ 'ਚ ਚਲੇ ਜਾਓ, ਯੂ ਆਰ ਗੋਇੰਗ ਟੂ ਗੈਟ ਪੈਕਡ ਫੂਡ। ਤੁਹਾਨੂੰ ਉਹ ਜਿਹੜਾ ਮਤਲਬ ਡੱਬਾ ਬੰਦ ਖਾਣਾ ਜਿਹੜਾ ਤੁਹਾਨੂੰ ਮਿਲ ਜਾਏਗਾ, ਉਹ ਕਿਹਦੀ ਦੇਣ ਹੈ? ਉਹ ਅਮਰੀਕਨਸ ਦੀ ਦੇਣ ਹੈ, ਉਹ ਗਲੋਬਲਾਈਜੇਸ਼ਨ ਦੀ ਦੇਣ ਹੈ, ਉਹ ਇੱਕ ਕਲਚਰ ਹੈ, ਉਹ ਜਦ ਕਿ ਸਾਡਾ ਹਿੱਸਾ ਨਹੀਂ ਹੈ। ਔਰ ਇਹ ਵਾਲਾ ਜਿਹੜਾ ਕਲਚਰ ਹੈ ਉਦੋਂ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਐਕਸਪੋਜ਼ ਹੋਇਆ ਜਦੋਂ ਕੋਵਿਡ ਆਇਆ। ਕੋਵਿਡ 'ਚ ਇਹੀ ਮੰਨਿਆ ਜਾਂਦਾ ਸੀ ਨਾ ਕਿ ਵੈਸਟਰਨ ਵਰਲਡ ਜਿਹੜਾ ਹੈ ਬਹੁਤ ਹਾਈਜੀਨਿਕ ਹੈ ਜੀ, ਬਹੁਤ ਅੱਛੀ ਉਹਨਾਂ ਦੀ ਖਾਣੀ ਪੀਣੀ ਹੈ, ਬਹੁਤ ਕੁਛ ਹੈ। ਬਟ ਦੈਨ ਮੈਨੂੰ ਲੱਗਦਾ ਕਿ ਪਾਕਿਸਤਾਨ ਵਰਗੀ ਕੰਟਰੀ 'ਚ ਵੀ ਘੱਟ ਸੀਗੇ ਕੇਸਿਸ ਕੰਪੇਅਰ ਟੂ ਦ ਵੈਸਟਰਨ ਕੰਟਰੀਜ਼। ਹਾਲਾਂਕਿ ਇੰਡੀਆ में भी बहुत सारे केसेस आए हैं। मतलब ਤੁਸੀਂ ਦੇਖੋ, ਤੁਸੀਂ ਕਲਚਰ ਤੇ ਚਲੋ ਛੱਡੋ, ਜਿਹੜੀ ਸਾਡੀ ਆਮ ਇੱਕ ਖਾਣੇ ਪੀਣੇ ਦੀ ਹੈਬਿਟ ਸੀਗੀ, ਪੈਕਡ ਚੀਜ਼ਾਂ, ਉਹ ਤਾਂ ਸਾਡੇ ਕਲਚਰ ਦਾ ਕਦੇ ਵੀ ਹਿੱਸਾ ਨਹੀਂ ਸੀ। ਇਹਨਾਂ ਨੇ ਸਾਡਾ ਉਹੀ ਉੱਤੇ ਹੀ ਡੋਮੀਨੇਟ ਕਰ ਲਿਆ, ਬਾਕੀ ਤਾਂ ਗੱਲ ਹੀ ਛੱਡ। ਬਿਲਕੁਲ, ਆਪਾਂ ਇਹ ਡਿਸਕਸ ਕਰਦੇ ਹਾਂ ਕਿ ਇਸ ਫੂਡ ਦੀ ਸੈਲਫ ਲਾਈਫ ਕਿੰਨੀ ਆ ਔਰ ਉਹ ਜਿਹੜੇ ਪਏ ਹੋਏ ਨੇ ਸ਼ਾਪਿੰਗ ਮਾਲਸ ਦੇ ਵਿੱਚ ਵੱਖ-ਵੱਖ ਈਟੇਬਲਸ, ਉਹਦੀ ਸੈਲਫ ਲਾਈਫ ਕਿੰਨੀ ਆ। ਤਾਂ ਸ਼ੈਲਫ ਲਾਈਫ ਦੇ ਉੱਤੇ ਹੀ ਸਭ ਕੁਝ ਟਿਕਿਆ ਹੋਇਆ ਕਿ ਫੋਰਨ ਤੋਂ ਆਉਂਦੀਆਂ ਨੇ ਚੀਜ਼ਾਂ ਔਰ ਅਸੀਂ ਇੱਥੇ ਖਾਂਦੇ। ਕਈ ਵਾਰ ਉਹ 4 ਮਹੀਨੇ ਪੁਰਾਣੀਆਂ ਵੀ ਪੈਕੇਜ ਹੁੰਦੀਆਂ ਨੇ, ਸੋ ਪੈਕੇਜ ਆਪਾਂ ਖੋਲ੍ਹਦੇ ਹਾਂ ਅਤੇ ਉਹ ਬਣਾ ਕੇ ਖਾਂਦੇ ਹਾਂ। ਈਜ਼ੀ ਟੂ ਈਟ, ਰੈਡੀ ਟੂ ਈਟ, ਬਹੁਤ ਕੁਛ ਹੈ ਇੱਦਾਂ ਦਾ। ਸੋ ਵਾਕਈ ਠੀਕ ਹੈ, ਅਮਰੀਕਨ ਵੇ ਆਫ ਲਾਈਫ ਨੂੰ ਆਪਾਂ ਫੋਲੋ ਕਰਦੇ ਹਾਂ। ਲਿਵਿੰਗ ਫॉर ਐਕਸੈਸ ਇਜ਼ ਦੀ ਅਮਰੀਕਨ ਵੇ ਆਫ ਲਾਈਫ। ਅਸੀਂ ਹਮੇਸ਼ਾ ਇਸ ਚੀਜ਼ ਨੂੰ ਕੋਟ ਕਰਦੇ ਰਹਿੰਦੇ ਹਾਂ। ਸੋ ਵਾਕਈ ਠੀਕ ਹੈ। ਕਈ ਵਾਰ ਤਾਂ ਸਾਡੇ ਬਜ਼ੁਰਗ ਵੀ ਕਹਿੰਦੇ ਤੁਹਾਡੀ ਤਾਂ ਇੱਥੋਂ ਤੱਕ ਸੋਚ ਚਲੀ ਗਈ ਹੈ, ਜੇ ਉਹ ਪਾਣੀ ਦੇ ਵਿੱਚ ਕਾਰਬਨ ਪਾ ਕੇ ਪੀਂਦੇ ਨੇ, ਕੋਕ ਬਣਾ ਕੇ ਪੀਂਦੇ ਨੇ, ਪੈਪਸੀ ਬਣਾ ਕੇ ਪੀਂਦੇ ਨੇ, ਤੁਸੀਂ ਵੀ ਕਾਰਬਨ ਪਾ ਕੇ ਪੀਓਗੇ। ਹਾਲਾਂਕਿ ਜੋ ਨੈਚੁਰਲ ਸਿਸਟਮ ਹੈ ਉਹ ਹੈ ਕਿ ਕਾਰਬਨ ਅਸੀਂ ਬਾਹਰ ਕੱਢਦੇ ਹਾਂ, ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ। ਔਰ ਕਈ ਵਾਰ ਹੱਸਦੇ ਵੀ ਹਾਂ ਕਿ ਕਾਰਬਨ ਜਦੋਂ ਅੰਦਰ ਲੈ ਕੇ ਜਾਂਦੇ ਹਾਂ ਅਸੀਂ ਕੋਕ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦੇ ਸੋਡੇ ਦੇ ਵਿੱਚ, ਥੋੜ੍ਹੀ ਦੇਰ ਤੋਂ ਬਾਅਦ ਸਾਨੂੰ ਬਰਫ਼ ਆਉਂਦਾ, ਡਕਾਰ ਆਉਂਦਾ, ਜੇ ਅਸੀਂ ਕਹਿੰਦੇ ਹਜ਼ਮ ਹੋ ਗਿਆ, ਕਹਿੰਦੇ ਨਹੀਂ ਹਜ਼ਮ ਨਹੀਂ ਹੋਇਆ, ਬੋਡੀ ਨੇ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਹੈ ਕਿਉਂਕਿ ਉਹ ਆਕਸੀਜਨ ਅੰਦਰ ਲੈਂਦੀ, ਤੁਸੀਂ ਉਹਨੂੰ ਡਕਾਰ ਸਮਝਦੇ ਪਏ ਹੋ। ਸੋ ਮੈਡੀਕਲ ਪੁਆਇੰਟ ਆਫ ਵਿਊ ਨਾਲ ਇਹ ਹੈ। ਉਹ ਬਾਕੀ ਠੀਕ ਹੈ ਜੀ, ਅਮਰੀਕਨਸ ਕਿੱਥੋਂ ਆਪਣੀ ਪੈਂਟ ਫਾੜ ਲੈਂਦੇ ਨੇ, ਅਸੀਂ ਵੀ ਉਹਨੂੰ ਫਾੜ ਲੈਂਦੇ ਹਾਂ ਕਿ ਸਾਡਾ ਇਹ ਸ਼ੋਅ ਬਣ ਗਿਆ, ਇੱਕ ਫੈਸ਼ਨ ਬਣ ਗਿਆ।
ਸੋ ਯੂ ਆਰ ਵੈਰੀ ਰਾਈਟ ਕਿ ਇਹ ਸੋਚ ਉਹ ਚੱਲ ਰਹੀ ਆ। ਸੋ ਇਸੇ ਸੋਚ ਦੇ ਅਗੇਂਸਟ, ਇਸੇ ਸੋਚ ਨੂੰ ਰਿਵੋਲਟ ਕਰਦੇ ਹੋਏ ਇਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਬਣਾਈ ਗਈ 15 ਜੂਨ 2001 ਨੂੰ ਚਾਈਨਾ ਵੱਲੋਂ। ਦੇਖੋ ਇਹ ਗੱਲ ਠੀਕ ਨਹੀਂ ਕਿ ਚਾਈਨਾ ਇਸ ਸੋਚ ਨੂੰ ਖਤਮ ਕਰਨਾ ਚਾਹੁੰਦਾ, ਰਿਵੋਲਟ ਕਰਨਾ ਚਾਹੁੰਦਾ, ਨਹੀਂ। ਚਾਈਨਾ ਵੀ ਅਮਰੀਕਾ ਵਾਲੀ ਸੋਚ ਨੂੰ ਹੀ ਅੱਗੇ ਤੋਰਨਾ ਚਾਹੁੰਦਾ ਹੈ, ਪਰ ਉਹ ਆਪਣੇ ਤਰੀਕੇ ਨਾਲ, ਉਹ ਆਪਣੇ ਪੈਸੇ ਬਣਾਉਣਾ ਚਾਹੁੰਦਾ ਹੈ। ਉਹ ਆਪਣਾ ਇੱਕ ਪਲੇਟਫਾਰਮ ਕ੍ਰੀਏਟ ਕਰ ਰਿਹਾ ਹੈ ਕਿ ਠੀਕ ਹੈ, ਜੇ ਅਮਰੀਕਾ ਉਧਰ ਬਿਜ਼ੀ ਹੈ ਤਾਂ ਲੈਟ ਮੀ ਕ੍ਰੀਏਟ ਵਨ ਪਲੇਟਫਾਰਮ ਹੇਅਰ ਫॉर ਇਕਨੋਮਿਕ ਗਰੋਥ। ਤੇ ਜਿਹੜਾ ਚਾਈਨਾ ਨੇ ਕੋਈ ਸਾਨੂੰ ਉਹ ਨਹੀਂ ਦੇ ਦੇਣਾ, ਚਾਈਨਾ ਨੇ ਵੀ ਸਾਨੂੰ ਪੈਕਡ ਫੂਡ ਹੀ ਦੇਣਾ ਜਾਂ ਚਾਈਨਾ ਨੇ ਹੋਰ ਚੀਜ਼ਾਂ ਦੇ ਜਾਣੀਆਂ, ਸੋਚ ਉਹੀ ਹੋ ਹੈ। ਓਕੇ, मतलब जो अमेरिका कर रहा मैं क्यों ना करा। यस, क्योंकि वो भी वर्ल्ड पावर बनन दे मतलब तरीके नाल काम करता पे, सारिया पॉलिसीज उस तरह ही डिज़ाइन करता कि वर्ल्ड नूं किवें कंट्रोल करना है। तो मैं फिर एशिया कॉन्टीनेंट के अंदर मैं भी एक अलग तो पावर बन के खड़ा हो जावां, पावरफुल चीज़ बना। सो जी सुपर पावर नहीं बन सकते। राइट मतलब एक लाइन दे पैरेलल एक होर लाइन खिंची जाओ तो देखो शायद तुसी उस तो वड्डे हो जाओ, उस तो अगे निकल जाओ। सो ਇਹਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਗਿਆ, ਹੁਣ ਇਹ ਮੀਟਿੰਗਸ ਚੱਲਦੀਆਂ ਪਈਆਂ ਨੇ, ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ, ਇਹ ਮੀਟਿੰਗਸ ਨੂੰ ਦੇਖ ਕੇ ਅਮਰੀਕਾ ਕੀ ਰਿਐਕਟ ਕਰ ਰਿਹਾ? ਦੇਖੋ ਅਮਰੀਕਾ ਨੂੰ ਚੰਗਾ ਨਹੀਂ ਲੱਗ ਰਿਹਾ। ਵਾਈ? ਕਿਉਂਕਿ ਇਸ ਟਾਈਮ ਦੁਨੀਆ ਦੇ ਜਿਹੜੀਆਂ ਵੱਡੀਆਂ ਪਾਵਰਸ ਹੈ, ਰਸ਼ੀਆ, ਚਾਈਨਾ, ਇੰਡੀਆ, ਦੇ ਆਰ ਟੂਗੇਦਰ। ਔਰ ਜੇ ਤੁਸੀਂ ਇਹਨਾਂ ਦੀ ਪੋਪੂਲੇਸ਼ਨ ਦੇਖ ਲਓ, ਤੁਸੀਂ ਇਹਨਾਂ ਦੀ GDP ਦੇਖ ਲਓ, ਤੁਸੀਂ ਇਹਨਾਂ ਦੇ ਹੋਰ ਪੈਰਾਮੀਟਰਸ ਦੇਖ ਲਓ, ਤਾਂ ਇਟ ਇਜ਼ ਅ ਵੈਰੀ ਵੈਰੀ ਪਾਵਰਫੁਲ ਆਰਗੇਨਾਈਜੇਸ਼ਨ। ਉਧਰੋਂ ਅਸੀਂ ਜੇ ਯੂਰਪ ਦਾ ਦੇਖੀਏ ਤਾਂ ਯੂਰਪ ਇਜ਼ ਵੈਰੀ ਵੀਕ ਰਾਈਟ ਨਾਓ। ਆਫ ਕੋਰਸ ਦਿਸ ਅਮਰੀਕਨਸ ਦੇ ਵੱਲੋਂ ਇਹਨੂੰ ਲਾਈਕ ਨਹੀਂ ਕੀਤਾ ਜਾ ਰਿਹਾ। ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, ਬਿਲਕੁਲ ਲਾਈਕ ਨਹੀਂ ਕੀਤਾ ਜਾ ਰਿਹਾ। ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜਾ ਇੰਡੀਆ ਹੈ, ਇੰਡੀਆ ਦੇਖੋ, ਇੰਡੀਆ ਦੀ ਸਟ੍ਰੈਟੇਜਿਕ ਫਲੈਕਸੀਬਿਲਿਟੀ ਤੁਸੀਂ ਦੇਖੋ ਜੀ। कोई भी ऐसा प्लेटफॉर्म इस टाइम दुनिया च नहीं है जिथे इंडिया नहीं है। इंडिया इज ऑल्सो विद द ऑस्ट्रेलियंस, इंडिया इज ऑल्सो विद द अमेरिकन्स। मतलब इंडिया किसी भी कैंप च नहीं है कि मैं चाइना के कैंप च हाँ या मैं रशिया के कैंप च हाँ या मैं अमेरिका के कैंप च हाँ। फ्लैक्सीबिलिटी है, जिथे सानू अपने नैशनल इंटरस्ट नज़र आते हैं, वी आर जॉइनिंग दैट। और असी स्ट्रैटेजिकली बड़ी अपनी फ्लैक्सीबिलिटी दिखा रहे हैं एंड इट्स एन अमेजिंग डिप्लोमेसी। सो एक चीज़ मैं इत्थे तुहाडे कोलों जानना चाहांगा, थोड़ा मैं दोबारा अमेरिका ते आ रहा कि इस तरह क्यों चलते हैं अमेरिका के जो ऑफिशियल्स ने या हाई ऑफिशियल्स ने या अधिकारी ने कि जो होवे साडी मर्जी के मुताबिक होवे, जे साडी मर्जी के मुताबिक नहीं तो दूजे का व्यू पॉइंट नहीं सुनना, रुस के बैठ जाने। कई बार लगता जिवें पंजाबियों के विआह दे विच फुੱਫੜ जी नहीं रुस जाते होंदे, तो फुੱਫੜ जी के रुस्से बिना कोई विआह पूरा नहीं होंदा। वो अमेरिका भी फुੱਫੜ जी वाकण ही रुस के बह जाते हैं। तुहानूं नहीं लगदा? अमेरिका जी ऑफ कोर्स फुੱਫੜ ने, फुੱਫੜ मतलब तुसी सुपर पावर हो तो तुसी चाहोगे कि सारा कुछ मेरी मर्जी ना चले, ठीक है। लेकिन हुण जो सस आ जाती, जो सस भी अपना चलाना चाहती है, सस का मतलब मैं इत्थे चाइना नूं कह रही हूँ, ठीक है। वो फिर हो के दिलचस्प मतलब एक स्टोरी बन जाती है। अच्छा हुण सस है, फुੱਫੜ है, अच्छा एक नवी बहू नूं लैण जा रहे हैं, वो बहू ने आके अपनी मलकियत करनी है। दैट न्यू बहू इज इंडिया। अच्छा, नवी नू इंडिया आ गई, ओके। हाँ जी, ते फिर इन्नियां रौनकां ते फिर लगनियां ही लगनियां ना। फिर अमेरिका दा तां रुसना बनदा है ना। अच्छा फिर दूसरी गल, हुण जेहड़ी सस है वो भी वो नूंह दे अगे अपने अच्छे पॉइंट्स बनाना चाहती है, ठीक है। जेहड़े फुੱਫੜ जी है वो भी नूंह दे अगे अच्छे पॉइंट्स बनाना चाहती है। ते जेहड़ी नूंह है वो अपने ही मतलब अपने ही वो यौवन च ही इन्नी बिजी, वो अपनी ओनू जो कुछ नवा मिल रहा है या जो भी ओहदे ते जो भी कृपा हो रही है ਉਹਦੇ ਚ ਹੀ अपने च इन्ना बिजी है कि ਉਹਦੇ नखरे बहुत होए पए है। एक राइटर ने क्या सीगा कि एट द मोमेंट इंडिया इज जगलिंग विद रशिया, इंडिया इज जगलिंग विद चाइना, इंडिया इज जगलिंग विद अमेरिका। ਤੇ ਉਹ ਜਿੱਦਾਂ ਅਸੀਂ ਬਾਲਸ ਨਹੀਂ ਇਦਾਂ ਕਰਦੇ, ਜਗਲ ਕਰਦੇ, ਇੰਡੀਆ ਇਸ ਟਾਈਮ ਉਹ ਕਰ ਰਿਹਾ ਹੈ। राइट एक चीज़ मैं जानना चाहांगा इंडिया, क्योंकि तुसीं इहनूं कहा कि नवीं विआही नूंह आकण आया और सारी मतलब घर दीयां चाबियां मेरे कोल आ जाण, सारा कब्जा मेरे कोल हो जाए, कुछ इदां दी स्ट्रैटजी लैके चल रहा। सो तुसीं एक गल कीती है कि प्लेटफॉर्म हरेक जिहड़ा भी इंटरनैशनल है ਉਹਦੇ ਨਾਲ डिप्लोमैटिक रिलेशनस ने इंडिया के और हर थां दे उत्ते मैंबरशिप है, किसी एक थां दे उत्ते किसी एक दे ग्रुप विच नहीं है, सब दे नाल है। इंडिया की जो फॉरेन पॉलिसी है, डिप्लोमैटिक रिलेशनस ने, इंडिया की जो स्ट्रैटजी है
ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐਸ ਜੀਓਪੋਲਿਟਿਕਸ? ਦੇਖੋ ਇਦਾਂ ਹੈ ਕਿ ਜੋ ਅਸੀਂ ਅੱਜ ਜਿਹਨੂੰ ਕਹਿੰਦੇ ਨਾ, ਤੁਸੀਂ ਜੋ ਬੀਜਿਆ ਹੁੰਦਾ ਤੁਸੀਂ ਉਹੀ ਮਤਲਬ ਉਹਨੂੰ ਤੁਸੀਂ ਉਹੀ ਕੱਟਦੇ ਹੋ ਤੇ ਉਹੀ ਖਾਂਦੇ ਹੋ ਜੀ। ਤੇ ਮੈਂ ਇਹਦਾ ਕ੍ਰੈਡਿਟ ਵਰਤਮਾਨ ਗਵਰਨਮੈਂਟ ਨੂੰ ਤਾਂ ਦਊਂਗੀ, ਲੇਕਿਨ ਜਿਹੜੇ ਸਾਡੇ ਫੋਰ ਫਾਦਰਸ ਜਿਹੜੇ ਸਾਡਾ ਕਰਕੇ ਗਏ ਹੈ, ਜਦੋਂ 1947 ਤੋਂ ਬਾਅਦ ਜਦੋਂ ਸਾਨੂੰ ਚੈਲੰਜਸ ਸੀਗੇ, ਜਿਹੜੇ ਅਸੀਂ ਫੋਰਨ ਪਾਲਿਸੀ ਉਦੋਂ ਡਿਜ਼ਾਈਨ ਕੀਤੀ ਹੈ, I will give credit to them also, number 1. ਨੰਬਰ 2, ਇੰਡੀਆ ਬਹੁਤ ਬਹੁਤ ਜ਼ਿਆਦਾ ਲੱਕੀ ਰਿਹਾ ਹੈ ਕਿ ਜਦੋਂ ਅਸੀਂ ਆਜ਼ਾਦ ਹੋਣਾ ਸੀਗਾ ਨਾ, ਸਾਡੇ ਪੜ੍ਹਿਆ ਲਿਖਾ ਇੱਕ ਇੰਟੈਲੈਕਚੁਅਲ ਕਲਾਸ ਖਾਸ ਕਰ ਲਾਇਰਸ ਦੀ ਸੀਗੀ। ਠੀਕ ਹੈ, ਅੱਜ ਵੀ ਉਹ ਲਾਇਰਸ ਜਿਹੜੇ ਸਾਡੇ ਇੰਡੀਆ ਦੀ ਜਿੰਨੀ ਵੀ ਪੋਲਿਟਿਕਸ ਨੂੰ ਜਾਂ ਜਿੰਨੇ ਵੀ ਹੋਰ ਚੀਜ਼ਾਂ ਨੂੰ ਡੋਮੀਨੇਟ ਕਰ ਰਹੇ, ਬਟ ਵੀ ਵਰ ਬਲੈਸਡ ਟੂ ਹੈਵ ਫਲੱਡ ਆਫ ਲਾਇਰਸ ਡਿਊਰਿੰਗ ਦੈਟ ਟਾਈਮ। ਉਹ ਲਾਇਰਸ ਨੇ ਇੰਨੀ ਬਾਰੀਕੀ ਨਾਲ, ਕਾਨੂੰਨੀ ਨਾਲ, ਮਤਲਬ ਇੱਕ ਕਨਸਟੀਟਿਊਸ਼ਨ ਤਾਂ ਬਣਾਇਆ ਹੀ ਬਣਾਇਆ, ਨੋ ਡਾਊਟ, ਲੇਕਿਨ ਉਹ ਕਨਸਟੀਟਿਊਸ਼ਨ ਦੇ ਵਿੱਚੋਂ ਹੀ ਤਾਂ ਫੋਰਨ ਪਾਲਿਸੀ ਜਾਂ ਡਿਜ਼ਾਈਨ ਹੁੰਦੀ ਹੈ। ਅਸੀਂ ਉਹਦੇ ਪ੍ਰਿੰਸੀਪਲਸ ਨੂੰ ਥੋੜੀ ਇਗਨੋਰ ਕਰਦੇ ਹਾਂ। ਤੇ ਉਹ ਜਿਹੜਾ ਮਤਲਬ ਇੱਕ ਰੋਲ ਪਲੇ ਕਰਕੇ ਨਾ, ਬਹੁਤ ਵਧੀਆ ਕਰਕੇ। ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹੂੰਗੀ, ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਏਗਾ, ਜਦੋਂ UNO ਬਣਿਆ, ਠੀਕ ਹੈ, 1945 ਤੋਂ ਬਣਨਾ ਸ਼ੁਰੂ ਹੋ ਗਿਆ, ਹਿਊਮਨ ਰਾਈਟਸ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ, ਤੇ ਕੁਝ ਕੋਵੈਨੈਂਟ ਸੀਗੇ, ਕੁਝ ਦਸਤਾਵੇਜ਼ ਜਿਹਨੂੰ ਅਸੀਂ ਕਹਿੰਦੇ ਸਾਈਨ ਹੋਣੇ ਸੀਗੇ, ਤੇ ਜਿੰਨੇ ਵੀ ਦੇਸ਼ ਸੀਗੇ ਨਾ ਉਸ ਟਾਈਮ, ਸਭ ਨੇ ਆਰਾਮ ਨਾਲ ਸਾਈਨ ਕਰ ਦਿੱਤੇ, ਕੋਈ ਪ੍ਰੋਬਲਮ ਨਹੀਂ ਆਈ। ਲੇਕਿਨ ਇੰਡੀਆ ਇੱਕ ਐਸਾ ਸੀਗਾ, ਇੱਕ ਕਲੌਜ਼ ਦੇ ਉੱਤੇ ਇੰਡੀਆ ਨੇ ਆਬਜੈਕਟ ਕਰ ਦਿੱਤਾ, ਦੈਟ ਵਾਜ਼ ਰਿਲੇਟਡ ਟੂ ਸਮ ਹਿਊਮਨ ਰਾਈਟ ਇਸ਼ੂ ਸੀ। ਉਹ ਕਿਉਂ? ਉਹਨਾਂ ਨੂੰ ਲੱਗਾ ਕਿ ਜੇ ਅਸੀਂ ਇੱਥੇ ਯੈਸ ਕਰ ਦਿੱਤੀ, ਉਹ ਕਲੌਜ਼ ਇਸ ਟਾਈਮ ਮੇਰੇ ਮਾਈਂਡ 'ਚ ਸਕਿਪ ਕਰ ਰਿਹਾ ਹੈ, ਲੇਕਿਨ ਉਹ ਕਲੌਜ਼ ਨੂੰ ਕਿਉਂ ਯੈਸ ਕਰ ਦਿੱਤਾ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਕਿਸੇ ਇਸ ਪ੍ਰੀਟੈਕਸਟ ਦੇ ਉੱਤੇ ਕਸ਼ਮੀਰ ਨਾ ਸਾਡੇ ਕੋਲ ਮਤਲਬ ਲੈ ਲੈਣ। ਯੈਸ, ਠੀਕ ਹੈ, ਵੀ ਵਰ ਦੀ ਓਨਲੀ ਵਨ ਕੰਟਰੀ ਟੂ ਆਬਜੈਕਟ ਵਨ ਸਰਟਨ ਕਲੌਜ਼। ਅੱਛਾ, ਹੁੰਦਾ ਕੀ ਹੈ, ਤੁਸੀਂ ਜਿੰਨੇ ਵੀ ਦੇਸ਼ ਦੇਖ ਲਓ, ਤੁਸੀਂ ਸ਼੍ਰੀਲੰਕਾ ਦਾ ਹਾਲ ਦੇਖ ਲਓ, ਨੇਪਾਲ ਦਾ ਦੇਖ ਲਓ, ਤੁਸੀਂ ਬੰਗਲਾਦੇਸ਼ ਦੇਖ ਲਓ, ਹੋਰ ਕਿੰਨੇ ਮੁਲਕ ਦੇਖ ਲਓ, ਉਹ ਜਿਹੜੀ ਡਿਪੈਂਡੈਂਸੀ ਦਾ ਫੈਕਟਰ ਹੁੰਦਾ ਨਾ, ਫੋਰਨ ਏਡ ਲੈ ਲੈਣਾ, ਮਤਲਬ ਇੰਡੀਆ 'ਚ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਜਦੋਂ ਵੀ ਅਸੀਂ ਕਿਸੇ ਨਾਲ ਲਿਖਤ ਪੜਤ ਕਰਦੇ ਹਾਂ, ਕੋਈ MOU ਸਾਈਨ ਕਰਦੇ ਹਾਂ, ਤੇ ਵੀ ਗੋ ਥਰੂ ਵਰਡ ਬਾਏ ਵਰਡ। ਅਸੀਂ ਹਾਥੀ ਹਾਂ, ਅਸੀਂ ਬਹੁਤ ਸਲੋ ਚੱਲ ਰਹੇ ਹਾਂ ਲੇਕਿਨ ਸਾਡਾ ਡਾਊਨਫਾਲ ਨਹੀਂ ਹੋਏਗਾ। ਰਾਈਟ ਮੈਮ, ਬਹੁਤ ਵਧੀਆ। ਸੋ ਹੁਣ ਆਪਾਂ ਮੁੜ ਕੇ ਆਉਣੇ SCO ਦੇ ਉੱਤੇ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਬੇਸਿਕ ਚੀਜ਼ ਇਹ ਹੈ ਕਿ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕੰਮ ਕਰਨਾ ਹੈ, ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਨਾ ਹੈ, ਰਿਸਰਚ ਐਂਡ ਡਿਵੈਲਪਮੈਂਟ ਦੇ ਖੇਤਰ 'ਚ ਕੰਮ ਕਰਨਾ ਹੈ, ਕਲਚਰ ਦੇ ਖੇਤਰ 'ਚ ਕੰਮ ਕਰਨਾ ਹੈ, ਵਰਲਡ ਪੀਸ ਦੇ ਖੇਤਰ ਦੇ ਵਿੱਚ ਕੰਮ ਕਰਨਾ ਹੈ, ਟੈਰਰਿਜ਼ਮ ਦੇ ਅਗੇਂਸਟ ਕੰਮ ਕਰਨਾ ਹੈ, ਜੋ ਡਰੱਗਸ ਪੂਰੇ ਦੁਨੀਆ ਦੇ ਵਿੱਚ ਫੈਲਦੇ ਨੇ ਉਹਦੇ ਖਿਲਾਫ, ਔਰ ਹੋਰ ਵੀ ਜੋ ਬਲੈਕਮੇਲ ਸਾਰੇ ਵਰਕਸ ਜਿਹੜੇ ਆਪਾਂ ਕਹਿੰਦੇ ਆ ਕਿ ਐਂਟੀ ਸੋਸ਼ਲ ਨੇ, ਉਹਦੇ ਖਿਲਾਫ ਕੰਮ ਕਰਨਾ ਹੈ, ਯਾਨੀ ਕਿ ਪੂਰੀ ਦੀ ਪੂਰੀ ਦੁਨੀਆ ਨੂੰ ਇੱਕ ਸਾਫ਼ ਸੁਥਰੀ ਦੁਨੀਆ ਦੇ ਰੂਪ ਦੇ ਵਿੱਚ ਸਥਾਪਿਤ ਕਰਨਾ ਹੈ। ਸੋ ਕਿੱਦਾਂ ਕਰਨਗੇ ਇਹ ਸਭ ਮਿਲ ਕੇ? ਕਿਉਂਕਿ ਆਪਸ ਦੇ ਝਗੜੇ, ਆਪਸ ਦੀ ਰੰਜਿਸ਼, ਕਿਤੇ ਨਾ ਕਿਤੇ ਨਾਰਾਜ਼ਗੀਆਂ, ਕਿਉਂਕਿ ਜਾਣਾ ਤਾਂ ਇਸ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਮੈਸੇਜ ਹੈ ਨਾ, ਰਹਿਣਾ ਤਾਂ ਇਸ ਦੁਨੀਆ ਦੇ ਵਿੱਚ ਹੈ। ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਕੋਈ ਅਲੱਗ ਤੋਂ ਕਨਸਟੀਟਿਊਸ਼ਨ ਫਾਰਮ ਕੀਤਾ ਜਾਏਗਾ, ਕੋਈ ਰੂਲਸ ਲਾਜ਼ ਬਣਾਏ ਜਾਣਗੇ, ਕੀ ਕੀਤਾ ਜਾਏਗਾ? ਦੇਖੋ, ਜਿਹੜਾ ਤੁਸੀਂ ਮੈਨੂੰ ਕੁਐਸਚਨ ਕੀਤਾ ਨਾ, ਬੜਾ ਔਖਾ ਕੀਤਾ ਹੈ, ਪਰ ਮੈਂ ਵੀ ਫਿਰ ਇਹਦਾ ਜਵਾਬ ਜ਼ਰੂਰ ਦਊਂਗੀ ਜੀ। ਤੁਸੀਂ ਜੋ ਵੀ ਗੱਲਾਂ ਬਾਤਾਂ ਕੀਤੀਆਂ, ਇਹ ਸਾਰੇ ਆਬਜੈਕਟਿਵਸ ਨੇ ਕਿ ਅਸੀਂ ਇਸ ਖਿੱਤੇ ਵਿੱਚ ਜਿੰਨੇ ਵੀ ਦੇਸ਼ ਇਨਵੋਲਡ ਆ, ਅਸੀਂ ਇਹ ਸਭ ਅਚੀਵ ਕਰਨਾ ਹੈ। ਹਾਂਜੀ, ਬਟ ਇੰਡੀਆ ਦਾ ਇੱਕੋ ਇੱਕ ਆਬਜੈਕਟਿਵ ਹੈ ਕਿ ਕਿਸੇ ਤਰ੍ਹਾਂ, ਮਤਲਬ ਤੁਹਾਨੂੰ ਪਤਾ ਹੀ, ਈਰਾਨ ਹੁਣ ਇੱਕ ਨਵਾਂ ਮੈਂਬਰ ਬਣਿਆ ਹੈ, ਠੀਕ ਹੈ, ਇਹਦੇ ਵਿੱਚ ਇੰਡੀਆ ਦਾ ਬਹੁਤ ਵੱਡਾ ਰੋਲ ਹੈ। ਇਸ ਕਰਕੇ ਰੋਲ ਹੈ ਕਿ ਇੱਕ ਤਾਂ ਈਰਾਨ ਸਾਡਾ ਦੋਸਤ ਹੈ, ਨੰਬਰ 2, ਈਰਾਨ ਦੇ ਕੋਲ ਆਇਲ ਰਿਜ਼ਰਵਾਇਰ ਬਹੁਤ ਹੈ, ਬਟ ਉਹਦੇ ਉੱਤੇ ਸੈਂਕਸ਼ਨ ਲੱਗੇ ਹੋਏ ਤੇ ਉਹ ਵੇਚ ਨਹੀਂ ਸਕਦਾ, ਠੀਕ ਹੈ, ਰਿਸਟ੍ਰਿਕਸ਼ਨਸ ਨੇ। ਨੰਬਰ 3, ਸ਼ਾਹਬਾਰ ਪੋਰਟ, ਜਿਹਦੇ ਤੇ ਇੰਡੀਆ ਨੇ ਬਹੁਤ ਇਨਵੈਸਟਮੈਂਟ ਕੀਤੀ, ਔਰ ਸ਼ਾਹਬਾਰ ਪੋਰਟ ਦੇ ਥਰੂ ਹੀ ਅਸੀਂ ਸੈਂਟਰਲ ਏਸ਼ੀਆ ਤੇ ਜਾਣਾ, ਠੀਕ ਹੈ। ਤੁਸੀਂ ਕਿਹਾ ਨਾ ਕਿ ਕਿੱਦਾਂ ਕਰਾਂਗੇ, ਕਿੱਦਾਂ ਹੋਏਗਾ, ਕਿੱਦਾਂ ਅਚੀਵ ਕੀਤਾ ਜਾਏਗਾ, ਇਹਨੂੰ ਇੰਡੀਆ ਅਚੀਵ ਕਰੇਗਾ ਜਦੋਂ ਈਰਾਨ ਨੂੰ ਮੇਨ ਸਟ੍ਰੀਮ ਕਰ ਦੇਗਾ, ਜਦੋਂ ਈਰਾਨ ਨੂੰ ਇੱਕ ਐਕਸੈਪਟਡ ਮੁਲਕ ਬਣਾ ਦੇਗਾ। ਇੰਡੀਆ ਦੀ ਇਹੀਓ ਕੋਸ਼ਿਸ਼ ਲੱਗੀ ਹੋਈ ਹੈ ਕਿ, ਔਰ ਉਹ ਈਰਾਨ ਨੂੰ ਸਮਝਾ ਵੀ ਰਿਹਾ ਹੈ, ਮਤਲਬ ਅੰਦਰ ਡੀਪ ਸਟੇਟ ਪੋਲਿਟਿਕਸ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਤੁਸੀਂ ਕੀ ਈਰਾਨ ਦੀ ਪ੍ਰੋਬਲਮ ਕੀ ਹੈ, ਕੁਝ ਟੈਰਰਿਸਟ ਗਰੁੱਪ ਹੈ ਜਿਨ੍ਹਾਂ ਨੂੰ ਫੰਡਿੰਗ ਕਰ ਰਿਹਾ ਹੈ, ਔਰ ਉਹ ਸਮਝਾ ਰਿਹਾ ਕਿ ਤੁਸੀਂ ਛੱਡੋ ਯਾਰ, ਫੰਡਿੰਗ ਛੱਡੋ, ਕੁਝ ਨਹੀਂ ਮਿਲਦਾ, ਤੁਸੀਂ ਇਹ ਟੈਰਰਿਜ਼ਮ ਵਗੈਰਾ 'ਚ ਕੁਝ ਨਹੀਂ ਮਿਲਣਾ, ਤੁਸੀਂ ਇਕਨੋਮਿਕਲੀ ਗਰੋ ਕਰੋ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਇਹ ਅੰਦਰ ਖਾਤੇ ਤੇ ਚੱਲ ਰਹੀਆਂ, ਇਹ ਐਪਰੈਂਟਲੀ ਔਨ ਪੇਪਰਸ ਨਹੀਂ ਹੈ। ਤੇ ਅਗਰ ਸਾਡੇ ਕੋਲ, ਅੱਛਾ, ਜੇ ਸਾਡੀ ਈਰਾਨ ਨੂੰ ਅਸੀਂ
मतलब कामयाब हो जाने मेन स्ट्रीम च लियान च, फिर साडी पाकिस्तान ते डिपेंडेंसी खत्म हो जाएगी, जिहड़ी ओहदी स्ट्रैटेजिकल लोकेशन है या जियोपॉलिटिकल लोकेशन है। एंड वंस जे साडा ईरान नाल बहुत अच्छा स्थापित हो गया, then there will be no looking back। फिर साडा जिहड़ा बिजनेस मेन टारगेट है, देखो जिहड़े तुसी गल्लां दा हुण नाम लिया सी ना कि ਅਸੀਂ ਆ खुशहाली लियाना चाहते आ, ये सारा इकोनॉमिक्स नाल ही आना है। बिल्कुल आना है, ਜਿਹੜੀ इकोनॉमिक्स है वो ਚੱਲੇਗੀ। बिल्कुल ਜਿਹਦੇ ਘਰ ਦਾ या ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਅਸੀਂ ਆਮ ਤੌਰ ਤੇ ਗੱਲ ਕਰਦੇ ਰਹਿੰਦੇ ਆ। ਸੋ ਇਕਨੋਮਿਕਸ ਤੁਸੀਂ ਕੁਝ ਕਹਿ ਰਹੇ ਸੀ, ਮੈਂ ਵਿੱਚ ਗੱਲ ਸ਼ੁਰੂ ਕਰ ਲਈ। ਯੈਸ, ਨਹੀਂ ਮੈਂ ਇਹੀ ਕਹਿ ਰਹੀ ਸੀਗੀ ਕਿ ਤੁਸੀਂ ਕਿਹਾ ਸੀ ਨਾ ਕਿ ਕਿੱਦਾਂ ਕਰਾਂਗੇ, ਮਤਲਬ ਇਹ ਸਾਡੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਅਸੀਂ ਕਿਸੇ ਤਰ੍ਹਾਂ ਈਰਾਨ ਨੂੰ, ਈਰਾਨ ਦਾ ਜਿਹੜਾ ਸ਼ਾਹਬਾਦ ਪੋਰਟ ਹੈ ਉਹਨੂੰ ਅੱਛੀ ਤਰ੍ਹਾਂ ਮੈਕਸਿਮਮ ਯੂਟਿਲਾਈਜੇਸ਼ਨ ਕਰਕੇ ਸੈਂਟਰਲ ਏਸ਼ੀਅਨ ਚ ਅਸੀਂ ਇੱਕ ਵਾਰੀ ਮਤਲਬ ਘੁਸ ਜਾਈਏ। ਕਿ ਜਿਹੜੇ ਇਹ ਵਾਲੇ ਮੁਲਕ ਹੈ ਨਾ, ਇਹਨਾਂ ਨੂੰ ਆਪਸ ਚ ਫ੍ਰੀ ਟ੍ਰੇਡ ਕਰਨਾ ਚਾਹੀਦਾ ਹੈ ਜਾਂ ਫ੍ਰੀ ਪੈਸੇਜ ਦੇਣਾ ਚਾਹੀਦਾ ਹੈ। ਇਸ਼ਾਰਾ ਪਾਕਿਸਤਾਨ ਦੀ ਔਰ ਸੀ, ਜੇ ਅਸੀਂ ਬਾਰਡਰ ਦੇ ਥਰੂ ਆਪਣੇ ਟਰੱਕ ਬੱਸ ਜੋ ਵੀ ਭੇਜਦੇ ਹਾਂ, ਤੁਸੀਂ ਸੋਚੋ ਕਿੰਨਾ ਜ਼ਿਆਦਾ ਫਾਇਦਾ ਹੁੰਦਾ। ਔਰ ਉਹਦੇ ਥਰੂ ਅਗਰ ਅਫਗਾਨਿਸਤਾਨ ਚ ਜਾ ਰਿਹਾ, ਉਹਦੇ ਥਰੂ ਅਗਰ ਸੈਂਟਰਲ ਏਸ਼ੀਆ ਜਾ ਰਿਹਾ, ਤੇ ਤੁਸੀਂ ਸੋਚੋ ਟ੍ਰੇਡ ਕਿੰਨਾ ਜ਼ਿਆਦਾ ਵਧੇਗਾ। ਬਿਲਕੁਲ ਸਹੀ ਗੱਲ ਹੈ। ਔਰ ਅਸੀਂ ਉਮੀਦ ਕਰ, ਹਾਂਜੀ ਯੈਸ, ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹੂੰਗੀ ਜੀ ਜੀ, ਕਿਉਂਕਿ ਇਹ ਚਾਈਨਾ ਸੈਂਟਰਿਕ ਆਰਗੇਨਾਈਜੇਸ਼ਨ ਹੈ ਤੇ ਸਭ ਪਿਛਲੇ ਹਫਤੇ ਮਤਲਬ ਇੱਕ ਗੱਲਬਾਤ ਹੋ ਰਹੀ ਸੀਗੀ ਕਿ ਚਾਈਨਾ ਨੇ ਵੀ ਆਪਣੇ ਟਰੂਪਸ ਪੁੱਲ ਆਊਟ ਕਰ ਲਏ ਔਰ ਇੰਡੀਆ ਨੇ ਵੀ ਪੁੱਲ ਆਊਟ ਕਰ ਲਏ। ਜਿਹੜੇ ਗਾਲਵਨ 1 ਔਰ 2 ਜਿਹੜੀ ਡਿਸਐਂਗੇਜਮੈਂਟ ਹੋਈ ਹੈ, ਉਹ ਲੋਕ ਇਹ ਕਹਿ ਰਹੇ ਸੀ ਕਿ ਨਹੀਂ ਚਾਈਨਾ ਔਰ ਇੰਡੀਆ ਦਾ ਨਾ ਟ੍ਰੇਡ ਬਹੁਤ ਜ਼ਿਆਦਾ ਆਪਸ ਚ, ਦੋਨੋਂ ਸਿਆਣੇ ਮੁਲਕ ਨੇ ਤੇ ਇਹਨਾਂ ਨੇ ਆਪ ਨੂੰ ਆਪਣਾ ਨਾ, ਇਹਨਾਂ ਨੇ ਆਪਣੇ ਟਰੂਪਸ ਪਿੱਛੇ ਕਰ ਲਏ। ਪਰ ਮੈਂ ਇਹ ਸਮਝਦੀ ਹਾਂ ਕਿ ਗੱਲ ਇਦਾਂ ਨਹੀਂ, ਗੱਲ ਇਦਾਂ ਹੈ ਕਿ ਜਿਹੜੀ SCO ਹੈ ਨਾ, ਉਹਦਾ ਜਿਹੜਾ ਚਾਰਟਰ ਪ੍ਰਿੰਸੀਪਲ ਨੰਬਰ 2 ਹੈ, ਉਹ ਇਹ ਕਹਿੰਦਾ ਹੈ ਕਿ SCO ਦੇ ਜਿਹੜੇ ਮੈਂਬਰਸ ਹੈ ਨਾ, ਉਹਨਾਂ ਨੂੰ ਆਪਸ ਚ ਲੜਾਈ ਝਗੜਾ ਨਹੀਂ ਕਰਨਾ। ਔਰ ਇਹਨਾਂ ਨੂੰ ਪਤਾ ਸੀ ਕਿ SCO ਸਮਿਟ ਆ ਰਹੀ ਹੈ, ਉਹਦਾ ਵੀ ਇੱਕ ਪਲੇਟਫਾਰਮ ਤਿਆਰ ਕਰਨ ਲਈ ਇਹ ਜਿਹੜੇ ਟਰੂਪਸ ਹੈ ਡਿਸਐਂਗੇਜ ਹੋਏ। ਇਹ ਵੀ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, ਇਹ ਵੀ ਇੱਕ ਰੀਜ਼ਨ ਬਣੀ ਹੈ ਜਿਹੜੀ ਵਰਤਮਾਨ ਸਥਿਤੀ ਹੈ ਇੰਡੀਆ ਔਰ ਚਾਈਨਾ ਦੇ ਬਾਰਡਰਸ ਤੇ, ਜਿਹੜੇ ਟਰੂਪਸ ਅਲੱਗ-ਅਲੱਗ ਜਿਹੜਾ ਟਰੂਪਸ ਮਤਲਬ ਉੱਥੋਂ ਹਟ ਗਏ ਨੇ। ਯੈਸ ਮੈਮ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਭ ਜਿਹੜੇ ਇਹਨਾਂ ਦੇ ਏਜੰਡਾ ਹੈ, ਇਹ ਜਿਹੜੀ ਸੋਚ ਹੈ, ਵਿਜ਼ਨ ਹੈ, ਜ਼ਰੂਰ ਕਾਮਯਾਬ ਹੋਏਗਾ। ਕਿਉਂਕਿ ਦੁਨੀਆ ਹੈ ਮਾਈਟ ਇਜ਼ ਰਾਈਟ, ਸੋ ਉਹਦੇ ਵਿੱਚ ਤੁਸੀਂ ਸ਼ਾਂਤੀ ਕਿਵੇਂ ਸਥਾਪਿਤ ਕਰਦੇ ਹੋ, ਇਹ ਬਹੁਤ ਵੱਡਾ ਚੈਲੰਜ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਇਹ ਸਾਰੇ ਐਨਾਲਿਸਿਸ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੇ ਨੇ, ਔਰ ਇਸੇ ਤਰ੍ਹਾਂ ਹੀ ਅਸੀਂ ਵੱਖ-ਵੱਖ ਸਬਜੈਕਟਸ ਦੇ ਉੱਤੇ ਤੁਹਾਡੇ ਨਾਲ ਜ਼ਰੂਰ ਸੰਪਰਕ ਕਰਦੇ ਰਹਾਂਗੇ ਮੈਡਮ, ਔਰ ਤੁਹਾਡੇ ਇਹ ਐਨਾਲਿਸਿਸ ਦਰਸ਼ਕਾਂ ਦੇ ਸਾਹਮਣੇ ਰੱਖਦੇ ਰਹਾਂਗੇ। ਆਲ ਦਾ ਬੈਸਟ, ਥੈਂਕ ਯੂ ਸੋ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਵਿਊਜ਼ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ, ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।